ਥੈਂਕ ਯੂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਆਰਕੀਟੈਕਟ ਨਵਨਪ੍ਰੀਤ ਸਿੰਘ ਹੈ। ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ ਐਂਡ ਐਜ਼ ਐਨ ਆਰਕੀਟੈਕਟ ਪ੍ਰੈਕਟਿਸ ਕਰ ਰਹੇ ਹਾਂ ਇਨ ਐਂਡ ਅਰਾਊਂਡ ਲੁਧਿਆਣਾ। ਐਂਡ ਇਟ ਇਜ਼ ਮਾਈ ਆਨਰ ਐਂਡ ਪ੍ਰਿਵਿਲੇਜ ਕਿ ਮੈਨੂੰ ਮੌਕਾ ਮਿਲਿਆ ਅੱਜ ਇਸ ਵੰਡਰਫੁਲ ਚੈਪਟਰ ਨੂੰ ਸ਼ੇਅਰ ਕਰਨ ਦਾ। ਤੇ ਇਟ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ ਐਜ਼ ਵੈਲ। ਚੈਪਟਰ ਜਿਵੇਂ ਕਹਿੰਦਾ ਨਾ, ਯੂ ਆਰ ਰਾਈਟ ਟੂ ਬੀ ਰਿਚ, ਹੈ ਨਾ। ਜਿਵੇਂ ਆਈ ਆਲਸੋ ਫੀਲ ਦੈਟ, I think everyone feels, ਸਾਰਿਆਂ ਨੂੰ ਇਹੀ ਲੱਗਦਾ ਹੈ ਨਾ। I also feel very strongly that I have the right to be rich, ਹੈ ਨਾ। ਤੇ ਬੜਾ ਬਿਊਟੀਫੁਲੀ ਇਸ ਚੈਪਟਰ ਦੇ ਵਿੱਚ ਜਿਹੜੀਆਂ ਕੁਝ ਕਨਸੈਪਸ਼ਨਸ ਹੁੰਦੀਆਂ, ਮਿਸਕਨਸੈਪਸ਼ਨਸ ਹੁੰਦੀਆਂ, ਉਹਨਾਂ ਨੂੰ ਆਥਰ ਨੇ ਡਿਸਕ੍ਰਾਈਬ ਕੀਤਾ ਹੈ ਨਾ। ਜਿਵੇਂ ਉਹ ਸਟਾਰਟ ਹੀ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਯੂ ਹੈਵ ਦੀ ਫੰਡਾਮੈਂਟਲ ਰਾਈਟ ਟੂ ਬੀ ਰਿਚ, ਹੈ ਨਾ। ਤੁਹਾਡਾ ਹੱਕ ਹੈ ਕਿ ਤੁਸੀਂ ਅਮੀਰ ਬਣੋ, ਹੈ ਨਾ। ਜਦ ਕਿ ਅਸੀਂ ਮੋਸਟਲੀ ਇਹ ਸੋਚਦੇ ਹਾਂ ਕਿ ਯਾਰ ਬਹੁਤਾ ਪੈਸਾ ਕੀ ਕਰਨਾ ਹੈ ਨਾ। ਮੋਸਟਲੀ ਥਾਟ ਹੁੰਦਾ ਹੈ ਕਿ ਜ਼ਿਆਦਾ ਪੈਸਾ ਵੀ ਨਾ ਬਿਮਾਰੀ ਦਾ ਘਰ ਹੁੰਦਾ ਹੈ। ਬੰਦਾ ਪੈਸਾ ਪੈਸਾ ਹੀ ਕਰੀ ਜਾਂਦਾ ਹੈ ਨਾ। ਕਈ ਵਾਰੀ ਸਾਡੇ ਫਰੈਂਡਸ, ਕਈ ਵਾਰੀ ਸੋਸਾਇਟੀ ਸਾਨੂੰ ਕਹਿੰਦੀ ਕਿ ਯਾਰ ਹਰ ਵਾਰੀ ਪੈਸੇ ਦੀ ਗੱਲ, ਹਰ ਟਾਈਮ ਪੈਸੇ ਦੀ ਗੱਲ, ਹੈ ਨਾ। ਕਿਉਂਕਿ ਅਸੀਂ ਇੱਕ ਮਾਈਂਡ ਦੇ ਵਿੱਚ ਕਨਸੈਪਸ਼ਨ ਬਣਾ ਲਿਆ ਕਿ ਜੇ ਕਿਸੇ ਬੰਦੇ ਕੋਲ ਜ਼ਿਆਦਾ ਪੈਸਾ ਹੈ ਤਾਂ ਉਹਨੇ 2 ਨੰਬਰ 'ਚ ਪੈਸਾ ਕਮਾਇਆ ਹੋਏਗਾ, ਹੈ ਨਾ। ਅਕਸਰ ਲੋਕ ਏਦਾਂ ਸੋਚਦੇ ਹੈ। ਬਟ ਇਹ ਜਿਹੜੀ ਕਨਸੈਪਸ਼ਨ ਹੈ, ਇਹੀ ਇੱਕ ਰੀਜ਼ਨ ਬਣ ਜਾਂਦੀ ਹੈ ਕਿ ਅਸੀਂ ਪੈਸਾ ਨਹੀਂ ਕਮਾ ਪਾਉਂਦੇ, ਹੈ ਨਾ। ਬੜਾ ਬਿਊਟੀਫੁਲੀ ਆਥਰ ਇਸ ਚੈਪਟਰ ਦੇ ਵਿੱਚ ਸਾਰਾ ਐਕਸਪਲੇਨ ਕਰਦੇ ਆ, ਹੈ ਨਾ, ਕਿ ਅਸੀਂ ਕਿਉਂ ਸਿਰਫ ਜਿੰਨਾ ਕੁ ਗੁਜ਼ਾਰੇ ਜੋਗਾ ਬਸ ਕਰ ਲਈਏ ਜੀ, ਦਾਲ ਰੋਟੀ ਚੱਲ ਜੇ, ਹੈ ਨਾ ਜੀ, ਇੰਨਾ ਕੁ ਕਮਾ ਲਈਏ। ਵਾਈ ਸ਼ੁੱਡ ਵੀ ਸਟੇ ਰਿਸਟ੍ਰਿਕਟਡ ਟੂ ਅ ਸਮॉल ਅਮਾਉਂਟ, ਜਦੋਂ ਕਿ ਅਸੀਂ ਅਬੰਡੈਂਸ ਲੈ ਸਕਦੇ ਹਾਂ, ਅਸੀਂ ਲਾਈਫ ਦੀ ਬਿਊਟੀ ਨੂੰ ਇੰਜੋਏ ਕਰ ਸਕਦੇ ਹਾਂ। ਅਸੀਂ ਲਾਈਫ ਦੇ ਵਿੱਚ ਪਰਮਾਤਮਾ ਨੇ ਇੰਨਾ ਕੁਝ ਬਣਾਇਆ ਹੈ ਨਾ ਇਸ ਸ੍ਰਿਸ਼ਟੀ ਦੇ ਵਿੱਚ, ਉਹ ਸਾਰਾ ਯੂਜ਼ ਕਰ ਸਕਦੇ ਹਾਂ, ਹੈ ਨਾ। ਫਰੈਂਡਸ, ਇੱਕ ਗੱਲ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਨਾ। ਸਾਰੇ ਧਰਮ ਗ੍ਰੰਥ ਸਾਨੂੰ ਇਹ ਸਿਖਾਉਂਦੇ ਆ ਕਿ ਪਰਮਾਤਮਾ ਨੇ ਇਨਸਾਨ ਨੂੰ ਆਪਣਾ ਇੱਕ ਅੰਸ਼ ਬਣਾਇਆ, ਹੈ ਨਾ। ਵੀ ਆਰ ਕ੍ਰੀਏਸ਼ਨ ਆਫ ਦ ਗੋਡ ਇਨ ਹਿਜ਼ ਓਨ ਫਾਰਮ। ਪਰਮਾਤਮਾ ਨੇ ਆਪਣੀ ਫਾਰਮ ਦੇ ਵਿੱਚ ਇਨਸਾਨ ਨੂੰ ਬਣਾਇਆ, ਹੈ ਨਾ। ਤਾਂ ਕ੍ਰੀਏਟਰ ਨੇ ਜੋ ਕੁਝ ਬਣਾਇਆ ਆਪਣੀ ਕ੍ਰੀਏਸ਼ਨ ਦੇ ਲਈ ਹੀ ਬਣਾਇਆ, ਸਾਡੇ ਲਈ ਹੀ ਬਣਾਇਆ। ਫਿਰ ਵਾਈ ਇਜ਼ ਇਟ ਕਿ ਸਾਰਾ ਕੁਝ ਹੱਥਾਂ ਦੇ ਵਿੱਚ ਹੀ ਰਹੇ ਤੇ ਬਾਕੀ ਬੰਦੇ ਸਿਰਫ ਗੁਜ਼ਾਰੇ ਜੋਗਾ ਹੀ ਰਹੇ। ਪਰਮਾਤਮਾ ਤਾਂ ਇਦਾਂ ਨਹੀਂ ਚਾਹੁੰਦਾ। ਇਹ ਅਸੀਂ ਆਪਣੀ ਕੰਡੀਸ਼ਨਿੰਗ ਕਰ ਲੈਂਦੇ ਆ, ਆਪਣੀ ਮੈਂਟਲ ਥਾਟ ਪ੍ਰੋਸੈਸ ਦੇ ਨਾਲ ਅਸੀਂ ਆਪਣੇ ਆਪ ਨੂੰ ਬੰਨ ਲੈਂਦੇ ਆ। ਅਸੀਂ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਲੈਂਦੇ ਆ ਕਿ ਬਾਈ ਚਲੋ ਜਿੰਨਾ ਕੁ ਹੈ ਉਨੇ 'ਚ ਹੀ ਗੁਜ਼ਾਰਾ ਕਰ ਲੈਣਾ ਚਾਹੀਦਾ, ਹੈ ਨਾ। ਕਿ ਬਹੁਤੇ ਜ਼ਿਆਦਾ ਵੱਡੀਆਂ ਸੋਚ ਨਹੀਂ ਰੱਖਣੀ ਚਾਹੀਦੀ, ਜਾਂ ਬਹੁਤਾ ਆਪਣੇ ਦਿਮਾਗ ਨੂੰ ਨਹੀਂ ਇਸ ਬਾਰੇ ਲਾਈਦਾ ਕਿ ਪੈਸਾ ਹੀ ਪੈਸਾ ਚਾਹੀਦਾ। ਬਟ ਜਿਹੜਾ ਐਕਚੁਅਲ ਲਾਈਫ ਹੈ, ਜਿਹੜੀ ਪਰਮਾਤਮਾ ਵੱਲੋਂ ਬਣਾਈ ਗਈ ਹੈ, ਲਾਈਫ ਦਾ ਬੇਸਿਕ ਫੰਡਾਮੈਂਟਲ ਇਜ਼ ਗਰੋਥ, ਹੈ ਨਾ ਜੀ। ਅਸੀਂ ਕੁਦਰਤ ਵਿੱਚ ਕਿਸੇ ਵੀ ਚੀਜ਼ ਨੂੰ ਦੇਖੀਏ, ਈਦਰ ਇਟ ਗਰੋਜ਼ ਜਾਂ ਉਹ ਡੀਗਰੋ ਕਰਦੀ ਹੈ। ਸਟੈਗਨੈਂਸੀ ਕਦੀ ਵੀ ਨਹੀਂ ਹੁੰਦੀ, ਹੈ ਨਾ। ਪਾਣੀ ਜਾਂ ਤਾਂ ਚੱਲਦਾ ਰਹੇਗਾ, ਜੇ ਖੜਿਆ ਰਹਿ ਗਿਆ ਤਾਂ ਉਹਦੇ ਵਿੱਚ ਬਦਬੂ ਆਏਗੀ ਹੀ ਆਏਗੀ, ਹੈ ਨਾ। ਪੇੜ ਜਾਂ ਤਾਂ ਵੱਧ ਰਿਹਾ ਹੈ ਜਾਂ ਪਤਝੜ ਆ ਰਹੀ ਹੈ ਤੇ ਉਹਦੇ ਪੱਤੇ ਝੜ ਰਹੇ ਨੇ, ਹੈ ਨਾ। ਪਰ ਜਦੋਂ ਝੜ ਰਹੇ ਨੇ ਉਦੋਂ ਵੀ ਉਹਦੀਆਂ ਟਾਹਣੀਆਂ ਮਜ਼ਬੂਤ ਹੋ ਰਹੀਆਂ ਤਾਂ ਕਿ ਹੋਰ ਜ਼ਿਆਦਾ ਪੱਤੇ ਆਣ। ਤਾਂ ਜਦੋਂ ਤੱਕ ਲਾਈਫ ਹੈ ਉਦੋਂ ਤੱਕ ਗਰੋਥ ਹੈ। ਇਸੇ ਪ੍ਰਕਾਰ ਅਸੀਂ ਵੀ ਜਦੋਂ ਤੱਕ ਜ਼ਿੰਦਾ ਹਾਂ, ਸਾਡੀ ਲਾਈਫ ਦੇ ਵਿੱਚ ਵੀ ਗਰੋਥ ਹੋਣੀ ਚਾਹੀਦੀ ਹੈ। ਇਸ ਲਈ ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਅੱਛਾ ਚੈਪਟਰ ਹੈ ਜਿਹੜਾ ਸਾਨੂੰ ਦੱਸ ਰਿਹਾ ਹੈ ਕਿ ਕਿੱਦਾਂ ਅਸੀਂ ਅੱਗੇ ਵੱਧ ਸਕਦੇ ਹਾਂ, ਹੈ ਨਾ। ਬੜੇ ਬਿਊਟੀਫੁਲੀ ਉਹਨਾਂ ਨੇ ਦੱਸਿਆ ਕਿ ਪੈਸਾ ਤਾਂ ਸਿਰਫ ਇੱਕ ਸਿੰਬਲ ਹੈ ਨਾ। ਪੁਰਾਣੇ ਜ਼ਮਾਨੇ ਦੇ ਵਿੱਚ ਕਿਵੇਂ ਦੇਖਿਆ ਜਾਂਦਾ ਸੀਗਾ ਕਿ ਕੋਈ ਬੰਦਾ ਅਮੀਰ ਹੈ ਕਿ ਕੋਈ ਬੰਦਾ ਗਰੀਬ ਹੈ, ਕਿ ਬਈ ਉਹਦੇ ਕੋਲ ਬਹੁਤ ਪਸ਼ੂ ਨੇ, ਹੈ ਨਾ। ਉਹਨਾਂ ਕੋਲ ਬਹੁਤ ਭੇਡਾਂ ਨੇ, ਉਹਨਾਂ ਕੋਲ ਬਹੁਤ ਮੱਝਾਂ ਨੇ, ਤੇ ਉਹ ਬੰਦੇ ਬਹੁਤ ਧਨਾੜ ਨੇ, ਹੈ ਨਾ। ਜਿਹਦੇ ਕੋਲ, ਜਿਹੜਾ ਮਾਤਰਸਾਠੀ ਹੈ ਉਹਦੇ ਕੋਲੇ ਤਾਂ 1-2 ਹੀ ਮੱਝਾਂ ਨੇ ਜੀ, ਉਹਦੇ ਕੋਲ ਤਾਂ 100 ਨੇ, ਹੈ ਨਾ। ਏਦਾਂ ਦੇਖਿਆ ਜਾਂਦਾ ਸੀ ਪੈਸੇ ਨੂੰ। ਤੇ ਪੈਸੇ ਦੀ ਫਾਰਮ ਚੇਂਜ ਹੁੰਦੀ ਰਹੀ, ਸਿੰਬਲ ਚੇਂਜ ਹੁੰਦਾ ਰਿਹਾ, ਹੈ ਨਾ। ਬਟ ਪੈਸਾ ਜਦੋਂ ਤੱਕ ਚੱਲਦਾ ਰਹਿੰਦਾ, ਜਿਵੇਂ ਸਾਡੀ ਬੋਡੀ ਦੇ ਵਿੱਚ ਬਲੱਡ ਸਰਕੂਲੇਟ ਹੋ ਰਿਹਾ, ਹੈ ਨਾ। ਜਦੋਂ ਬਲੱਡ ਸਰਕੂਲੇਟ ਹੋ ਰਿਹਾ ਤਾਂ ਅਸੀਂ ਹੈਲਦੀ ਹੈਗੇ ਆ। ਬਟ ਜੇ ਬੋਡੀ ਦੇ ਕਿਸੇ ਪਾਰਟ ਨੂੰ ਬਲੱਡ ਸਰਕੂਲੇਸ਼ਨ ਰੁਕ ਜਾਏ ਤਾਂ ਉਹ ਪਾਰਟ ਜਿਹੜਾ ਹੈ ਉਹ ਕੰਮ ਕਰਨਾ ਬੰਦ ਕਰ ਦੇਗਾ, ਹੈ ਨਾ। ਐਵੇਂ ਹੀ ਸਾਡੀ ਲਾਈਫ ਦੇ ਵਿੱਚ ਜਿਹੜਾ ਪੈਸਾ ਹੈ, ਜੇ ਉਹ ਸਰਕੂਲੇਟ ਹੁੰਦਾ ਰਹੇ ਤਾਂ ਅਸੀਂ ਫਾਈਨੈਂਸ਼ੀਅਲੀ ਹੈਲਦੀ ਆ। ਬਟ ਜੇ ਪੈਸਾ ਸਰਕੂਲੇਟ ਕਰਨਾ ਬੰਦ ਕਰ ਦੇ ਤਾਂ ਅਸੀਂ ਫਾਈਨੈਂਸ਼ੀਅਲੀ ਬਿਮਾਰ ਹੋ ਜਾਂਦੇ ਆ। ਇਸ ਗੱਲ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਨਾ, ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਪੈਸਾ ਜਿਹੜਾ ਹੈ ਉਹ ਚੰਗਾ ਜਾਂ ਮਾੜਾ ਨਹੀਂ ਹੈ। ਉਹਨੂੰ ਅਸੀਂ ਕਿੱਦਾਂ ਯੂਜ਼ ਕਰਦੇ ਆ, ਉਹ ਚੰਗਾ ਜਾਂ ਮਾੜਾ ਹੁੰਦਾ ਹੈ ਨਾ। ਤੇ ਇੱਕ ਇਹ ਰੀਜ਼ਨ ਬੜਾ ਇੰਪੋਰਟੈਂਟ ਹੈ ਕਿ ਮੋਸਟਲੀ ਲੋਕਾਂ ਦੇ ਕੋਲ ਪੈਸਾ ਕਿਉਂ ਨਹੀਂ ਹੁੰਦਾ, ਹੈ ਨਾ। ਬਿਕੋਜ਼ ਇੱਕ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਅਪਬ੍ਰਿੰਗਿੰਗ ਦੇ ਵਿੱਚ ਕਹਿ ਲਈਏ, ਸੁਸਾਇਟੀ ਦੇ ਵੱਲੋਂ ਕਹਿ ਲਈਏ, ਕਿ ਇੱਕ ਹੁੰਦਾ ਹੈ ਕਿ ਜਿਹੜੀ ਪੈਸੇ ਦਾ ਪਿਆਰ ਹੈ ਨਾ ਜੀ, ਉਹ ਸਾਰੀ ਮਾੜੀਆਂ ਆਦਤਾਂ ਦੀ ਜੜ ਹੈ ਨਾ। ਜਿਹੜਾ ਬੰਦਾ ਜ਼ਿਆਦਾ ਪੈਸੇ ਕਮਾ ਰਿਹਾ ਉਹ 2 ਨੰਬਰ ਦੇ ਕੋਈ ਕੰਮ ਕਰਦਾ ਹੋਣਾ, ਯਾਰ ਇਹ ਤਾਂ ਇੰਨੇ ਪੈਸੇ ਕਿਵੇਂ ਕਮਾ ਲਏ ਇਹਨੇ ਜੀ, ਇਹ ਤਾਂ ਬੰਦਾ ਰਾਤੋਂ ਰਾਤ ਕਿਵੇਂ ਅਮੀਰ ਹੋ ਗਿਆ ਜੀ, ਹੈ ਨਾ।
ਇਹ ਪਹਿਲਾਂ ਤਾਂ ਇਹ ਕੰਮ ਕਰਦਾ ਸੀ ਜੀ, ਇਹਨਾਂ ਨੇ ਕੁਝ ਗਲਤ ਕੰਮ ਕੀਤਾ ਹੋਣਾ ਤਾਂ ਹੀ ਇੰਨੀ ਵੱਡੀ ਕੋਠੀ ਬਣਾ ਲਈ ਜੀ, ਹੁਣ ਗੱਡੀਆਂ ਵੀ ਆ ਗਈਆਂ ਜੀ, ਹੈ ਨਾ। ਜਨਰਲੀ ਇਦਾਂ ਦੀ ਗੱਲਾਂ ਅਸੀਂ ਸੁਣਦੇ ਹਾਂ, ਬਟ ਜਦੋਂ ਅਸੀਂ ਇਦਾਂ ਦੀ ਗੱਲਾਂ ਕਰਦੇ ਹਾਂ ਤਾਂ ਸਾਰਿਆਂ ਨਾਲੋਂ ਪਹਿਲਾਂ ਮੇਰਾ ਹੀ ਸਬਕੌਂਸ਼ੀਅਸ ਮਾਈਂਡ ਉਸ ਗੱਲ ਨੂੰ ਸੁਣਦਾ ਹੈ ਨਾ। ਇੱਕ ਤਰਫ ਤਾਂ ਮੈਂ ਕਹਿੰਦਾ ਕਿ ਮੈਨੂੰ ਪੈਸਾ ਚਾਹੀਦਾ ਹੈ, ਪਰ ਦੂਸਰੀ ਤਰਫ ਮੈਂ ਕਹਿੰਦਾ ਕਿ ਯਾਰ ਇਹ ਪੈਸਾ ਤਾਂ ਗਲਤ ਤਰੀਕੇ ਨਾਲ ਕਮਾਇਆ ਜਾਂਦਾ, ਸਹੀ ਤਰੀਕੇ ਨਾਲ ਤਾਂ ਪੈਸਾ ਹੀ ਨਹੀਂ ਕਮਾ ਸਕਦਾ ਕੋਈ, ਹੈ ਨਾ। ਤੇ ਜਦੋਂ ਮੇਰੇ ਮਾਈਂਡ ਦੇ ਵਿੱਚ ਇਹ ਕਨਸੈਪਸ਼ਨ ਆ ਗਿਆ ਤਾਂ ਮੇਰਾ ਸਬਕੌਂਸ਼ੀਅਸ ਮਾਈਂਡ ਤਾਂ ਕਨਫਿਊਜ਼ ਹੋ ਗਿਆ ਕਿ ਬੰਦਾ ਚਾਹੁੰਦਾ ਕੀ ਹੈ ਜੀ, ਕਲੈਰਿਟੀ ਨਹੀਂ ਹੈ ਇਹਨੂੰ, ਤਾਂ ਇਹਨੂੰ ਪੈਸਾ ਚਾਹੀਦਾ ਹੈ ਪਰ ਇਹ ਕਹੀ ਜਾਂਦਾ ਕਿ ਪੈਸਾ ਮਾੜਾ ਹੈ ਤੇ ਮਾੜੀ ਚੀਜ਼ ਤਾਂ ਨਹੀਂ ਹੋਣੀ ਚਾਹੀਦੀ ਮੇਰੇ ਕੋਲੇ। ਫਿਰ ਸਬਕੌਂਸ਼ੀਅਸ ਮਾਈਂਡ ਉਸ ਥਾਟ ਨੂੰ ਰਿਜੈਕਟ ਕਰ ਦਿੰਦਾ ਤੇ ਮੇਰੇ ਕੋਲੇ ਪੈਸਾ ਨਹੀਂ ਆਂਦਾ, ਆਈ ਕੈਨ ਨਾਟ ਅਟਰੈਕਟ, ਹੈ ਨਾ। ਐਂਡ ਦੂਸਰੀ ਚੀਜ਼ ਇਹ ਵੀ ਹੈ ਕਿ ਜੇ ਮੈਨੂੰ ਕੋਈ ਮਾੜਾ ਮਾੜਾ ਕਹਿੰਦਾ ਰਹੂਗਾ ਤਾਂ ਮੈਂ ਉਹਦੇ ਕੋਲ ਖੜਾ ਹੋਊਂਗਾ? ਬਿਲਕੁਲ ਨਹੀਂ ਹੋਊਂਗਾ, ਹੈ ਨਾ। ਜੇ ਤੁਹਾਨੂੰ ਕੋਈ ਤੁਹਾਡੇ ਬਾਰੇ ਚੁਗਲੀਆਂ ਕਰੀ ਜਾਏ, ਤੁਹਾਡੇ ਫੇਸ ਦੇ ਉੱਤੇ ਤੁਹਾਨੂੰ ਮਾੜਾ ਕਹੀ ਜਾਏ, ਤਾਂ ਤੁਸੀਂ ਉਹਨਾਂ ਦੀ ਸੰਗਤ ਕਰਨਾ ਪਸੰਦ ਕਰੋਗੇ? ਨਹੀਂ ਕਰੋਗੇ। ਉਦਾਂ ਹੀ ਜੇ ਅਸੀਂ ਪੈਸੇ ਨੂੰ ਮਾੜਾ ਮਾੜਾ ਕਹੀ ਜਾਵਾਂਗੇ ਤਾਂ ਪੈਸਾ ਸਾਡੇ ਕੋਲ ਕਿਉਂ ਆਏਗਾ? ਵਾਈ ਵਿਲ ਵੈਲਥ ਕਮ ਟੂ ਅਸ? ਵੈਲਥ ਵਿਲ ਨਾਟ ਕਮ ਟੂ ਅਸ। ਜਿਵੇਂ ਆਥਰ ਨੇ ਲਿਖਿਆ ਕਿ ਉਹਨੂੰ ਖੰਭ ਲੱਗ ਜਾਂਦੇ ਆ ਤੇ ਉਹ ਉੱਡ ਜਾਂਦੀ ਹੈ ਵੈਲਥ, ਫਿਰ, ਹੈ ਨਾ। ਫਿਰ ਵੈਲਥ ਕਿਸੇ ਉਸ ਬੰਦੇ ਕੋਲ ਜਾਂਦੀ ਹੈ ਜਿਹੜਾ ਕਹਿੰਦਾ ਕਿ ਮੈਨੂੰ ਵੈਲਥ ਚਾਹੀਦੀ ਹੈ, ਜਿਹੜਾ ਪ੍ਰਮਾਤਮਾ ਤੋਂ ਮੰਗ ਰਿਹਾ ਕਿ ਮੈਨੂੰ ਵੈਲਥ ਦੇ, ਹੈ ਨਾ। ਤੇ ਇੱਕ ਬਹੁਤ ਇੰਪੋਰਟੈਂਟ ਚੀਜ਼ ਹੋਰ ਵੀ ਹੈ, ਉਹ ਕਹਿੰਦੇ ਮਨੀ ਤੇ ਬੈਲੈਂਸਡ ਲਾਈਫ ਵੀ ਚਾਹੀਦੀ ਹੈ। ਕਿ ਪੈਸਾ, ਚਲੋ ਅਸੀਂ ਇਹ ਗੱਲ ਤਾਂ ਮੰਨ ਲਈ ਕਿ ਪੈਸਾ ਚਾਹੀਦਾ, ਬਟ ਇਹ ਵੀ ਨਹੀਂ ਚਾਹੀਦਾ ਕਿ ਮੇਰੀ ਜ਼ਿੰਦਗੀ ਦਾ ਇਕਲੌਤਾ ਏਮ ਹੀ ਇਹੀ ਹੋਏ ਕਿ ਮੈਂ ਪੈਸਾ ਕਮਾਣਾ ਹੈ ਨਾ। ਕਿ ਮੈਂ ਦਿਨ ਰਾਤ ਸਿਰਫ ਪੈਸਾ ਇਕੱਠਾ ਕਰਨ ਦੇ ਲਈ ਲੱਗਿਆ ਹੋਇਆ, ਮੈਂ ਬਸ ਅਮੀਰ ਹੀ ਹੋਣਾ, ਮੈਂ ਬਸ ਪੈਸਾ ਹੀ ਕਮਾਣਾ, ਮੈਂ ਬਸ ਪੈਸਾ ਹੀ ਕਮਾਣਾ। ਮਨੀ ਇਜ਼ ਨਾਟ ਵੈਲਥ। ਇਸ ਗੱਲ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। ਜਨਰਲੀ ਇਟ ਇਜ਼ ਅ ਮਿਸਕਨਸੈਪਸ਼ਨ ਕਿ ਜਿਹੜੇ ਬੰਦੇ ਕੋਲ ਜ਼ਿਆਦਾ ਪੈਸਾ ਹੈ ਨਾ ਉਹ ਜ਼ਿਆਦਾ ਵੈਲਦੀ ਹੈ। that is not wealth, ਹੈ ਨਾ ਜੀ। ਉਹ ਤਾਂ ਸਿਰਫ ਇੱਕ ਪੈਸਾ, ਇੱਕ ਮੋਨਿਟਰੀ ਟਰਮਸ ਦੇ ਵਿੱਚ ਹੈ। being wealthy means ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ, ਤੁਹਾਡੇ ਮਨ ਦੇ ਉੱਤੇ, ਦਿਮਾਗ ਦੇ ਉੱਤੇ ਪੈਸੇ ਦਾ ਬੋਝ ਨਹੀਂ ਹੈ ਪੈਸਾ ਕਮਾਉਣ ਦੇ ਲਈ, ਤੁਹਾਡੇ ਕੋਲੇ ਟਾਈਮ ਹੈ ਉਸ ਪੈਸੇ ਨੂੰ ਇੰਜੋਏ ਕਰਨ ਦੇ ਲਈ, ਤੁਹਾਡੇ ਕੋਲ ਟਾਈਮ ਹੈ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰਨ ਦੇ ਲਈ, ਤੁਹਾਡੇ ਕੋਲ ਟਾਈਮ ਹੈ ਉਹ ਚੀਜ਼ਾਂ ਕਰਨ ਦੇ ਲਈ ਜਿਹੜੀਆਂ ਤੁਸੀਂ ਇੰਜੋਏ ਕਰਦੇ ਹੋ, ਹੈ ਨਾ। ਤਾਂ ਇਸ ਕਰਕੇ ਜਿਵੇਂ ਬੜੇ ਬਿਊਟੀਫੁਲੀ ਲਿਖਿਆ ਕਿ ਜਦੋਂ ਆਪਣੇ ਡੈਥ ਬੈਡ ਤੇ ਹੁੰਦਾ ਨਾ ਤਾਂ ਕੋਈ ਬੰਦਾ ਇਹ ਨਹੀਂ ਸੋਚਦਾ ਕਿ ਮੈਂ ਥੋੜੇ ਹੋਰ ਟਾਈਮ ਲਾ ਲੈਂਦਾ ਪੈਸਾ ਕਮਾਉਣ ਦੇ ਲਈ, ਹੈ ਨਾ। ਉਦੋਂ ਹਰ ਬੰਦਾ ਇਹੀ ਸੋਚਦਾ ਕਿ ਮੈਂ ਆਪਣੀ ਫੈਮਿਲੀ ਨੂੰ ਹੋਰ ਟਾਈਮ ਦੇ ਦਿੰਦਾ, ਮੈਂ ਜਿਹੜੀ ਮੇਰਾ ਸ਼ੌਂਕ ਹੈ ਉਹਨੂੰ ਹੋਰ ਟਾਈਮ ਦੇ ਦਿੰਦਾ, ਹੈ ਨਾ। ਮੈਂ ਆਪਣੀ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਸੁਧਾਰ ਲੈਂਦਾ, ਸ਼ਾਇਦ ਮੈਂ ਪਰਮਾਤਮਾ ਦਾ ਨਾਮ ਹੋਰ ਜਪ ਲੈਂਦਾ, ਹੈ ਨਾ। ਲਾਸਟ ਟਾਈਮ ਤੇ ਇਹ ਚੀਜ਼ਾਂ ਆਉਂਦੀਆਂ। ਇਸ ਕਰਕੇ ਬੈਲੈਂਸ ਲਾਈਫ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਪੈਸਾ ਪੈਸਾ ਵੀ ਨਹੀਂ ਕਰਨਾ ਚਾਹੀਦਾ, ਬਟ ਔਨ ਦੀ ਅਦਰ ਹੈਂਡ poverty is also a mental illness, ਹੈ ਨਾ। ਬੜੀ ਬਿਊਟੀਫੁਲੀ ਆਥਰ ਨੇ ਲਿਖਿਆ ਹੈ ਕਿ ਜਿਹੜੀ ਮਤਲਬ ਅਸੀਂ ਬਿਮਾਰ ਹੁੰਨੇ ਆ ਨਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਰੀਰ ਦੇ ਵਿੱਚ ਕਿਸੇ ਪਾਰਟ, ਜਿਵੇਂ ਮੇਰੇ ਹੱਥ ਦੁਖ ਰਿਹਾ ਹੋਏਗਾ ਤਾਂ ਮੈਨੂੰ ਪਤਾ ਲੱਗ ਜਾਏਗਾ ਨਾ ਕਿ ਮੇਰੇ ਹੱਥ ਦੇ ਵਿੱਚ ਕੁਝ ਗੜਬੜ ਹੈ, ਹੱਥ ਦੁਖ ਰਿਹਾ ਮੇਰਾ, ਹੈ ਨਾ। ਤਾਂ ਅਸੀਂ ਉਹ ਡਾਕਟਰ ਨੂੰ ਚੈੱਕ ਕਰਾਉਂਦੇ ਆ, ਡਾਕਟਰ ਦੱਸ ਦਿੰਦਾ ਕੀ ਪ੍ਰੋਬਲਮ ਹੈ, ਉਹਦੀ ਦਵਾਈ ਦਿੰਦੇ ਆ ਜਾਂ ਜੋ ਵੀ ਪ੍ਰੋਸੈਸ ਹੁੰਦਾ ਤੇ ਅਸੀਂ ਹੀਲ ਹੋ ਜਾਂਦੇ ਆ। ਉਵੇਂ ਹੀ poverty is a mental illness। ਜਦੋਂ ਮੈਂ ਇਹ ਸੋਚਦਾ ਹਾਂ ਕਿ ਬਈ ਮੈਨੂੰ ਪੈਸਾ ਨਹੀਂ ਚਾਹੀਦਾ, ਪੈਸਾ ਕੀ ਕਰਨਾ ਹੈ, ਚਲੋ ਜਿੰਨਾ ਕੁ ਗੁਜ਼ਾਰਾ ਉਹਨਾਂ ਕੁ ਕਰ ਲਿਆ, ਹੈ ਨਾ, ਦਾਲ ਰੋਟੀ ਚੱਲਣੀ ਚਾਹੀਦੀ ਹੈ, ਤਾਂ that means mentally there is a block in my mind ਜਿਹੜਾ ਮੈਨੂੰ ਰਿਮੂਵ ਕਰਨਾ ਪਏਗਾ। ਕਿਉਂਕਿ ਜਿੱਦਾਂ ਪਹਿਲਾਂ ਮੈਂ ਗੱਲ ਕੀਤੀ ਕਿ growth is the only fundamental in life, nature ਦਾ ਰੂਲ ਹੈ ਕਿ growth ਤਾਂ ਚਾਹੀਦੀ ਹੀ ਚਾਹੀਦੀ ਹੈ, and you should be happy, prosperous and successful। ਇਹ ਲਾਈਫ ਦੇ ਵਿੱਚ ਤਾਂ ਹੀ ਤੁਸੀਂ ਸਕਸੈਸਫੁਲ ਹੋਗੇ, ਹੈ ਨਾ। ਤੇ ਕਦੇ ਵੀ ਮਨੀ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ, ਹੈ ਨਾ। ਹਮੇਸ਼ਾ ਜਿਹੜੀ ਸੈਲਫ ਟਾਕ ਉਹਨਾਂ ਨੇ ਲਿਖੀ ਹੈ ਨਾ, ਬੜੀ ਅੱਛੀ ਸੈਲਫ ਟਾਕ ਹੈ ਕਿ ਆਈ ਲਾਈਕ ਮਨੀ, ਆਈ ਲਵ ਇਟ, ਹੈ ਨਾ, ਆਈ ਯੂਜ਼ ਇਟ ਵਾਈਜ਼ਲੀ ਐਂਡ ਕੰਸਟਰਕਟਿਵਲੀ। ਇਹ ਬਹੁਤ ਇੰਪੋਰਟੈਂਟ ਹੈ ਜੀ, ਹੈ ਨਾ। ਜਿਵੇਂ ਕਿਹਾ ਜਾਂਦਾ ਕਿ ਪੈਸਾ ਚੰਗਾ ਜਾਂ ਮਾੜਾ ਨਹੀਂ ਹੁੰਦਾ, ਹੈ ਨਾ। ਮਨੀ ਵਾਈਟ ਮਨੀ ਜਾਂ ਬਲੈਕ ਮਨੀ ਨਹੀਂ ਹੁੰਦੀ, ਉਹਨੂੰ ਕਿੱਦਾਂ ਯੂਜ਼ ਕਰਦੇ ਹੋ that makes it white or black, ਹੈ ਨਾ। ਤੁਸੀਂ ਪੈਸੇ ਨੂੰ ਜੇ ਚੰਗੇ ਤਰੀਕੇ ਯੂਜ਼ ਕਰੋਗੇ ਤਾਂ ਚੰਗਾ ਪੈਸਾ ਹੈ, ਜੇ ਉਹਨੂੰ ਮਾੜੇ ਤਰੀਕੇ ਯੂਜ਼ ਕਰੋਗੇ ਤਾਂ ਮਾੜਾ ਪੈਸਾ ਹੈ। ਪੈਸਾ ਇਨ ਇਟਸੈਲਫ ਇਜ਼ ਨਾਟ ਗੁੱਡ ਔਰ ਬੈਡ। ਜਿਹੜਾ ਥਾਟ, ਜਿਹੜਾ ਵਿਚਾਰ, ਜਿਹੜਾ ਮਾਈਂਡ ਉਹਨੂੰ ਯੂਜ਼ ਕਰ ਰਿਹਾ ਹੈ ਉਹ ਚੰਗਾ ਜਾਂ ਮਾੜਾ ਹੋ ਸਕਦਾ ਹੈ ਨਾ। ਤੇ ਜਿਹੜੇ ਸਾਇੰਟੀਫਿਕਲੀ ਕਿੱਦਾਂ ਇਹਨੂੰ ਅਟਰੈਕਟ ਕੀਤਾ ਜਾ ਸਕਦਾ ਹੈ ਨਾ, ਬੜੀ ਬਿਊਟੀਫੁਲੀ ਇੱਕ ਐਗਜ਼ਾਮਪਲ ਦਿੱਤਾ ਹੈ ਉਹਨਾਂ ਨੇ ਇੱਕ ਲੜਕੇ ਦਾ ਜਿਹੜਾ ਚਾਹੁੰਦਾ ਹੈ ਕਿ ਮੈਂ ਡਾਕਟਰ ਬਣਾ, ਬਟ ਉਹ ਸਿਰਫ ਜਿਹੜੇ ਡਾਕਟਰਸ ਨੇ ਉਹਨਾਂ ਦੇ ਕਮਰਿਆਂ ਦੀ ਸਫਾਈ ਕਰਦਾ ਹੈ ਨਾ। ਬਟ ਉਸ ਬੱਚੇ ਦੇ ਮਾਈਂਡ ਦੇ ਵਿੱਚ ਇੱਕ ਪਿਕਚਰ ਕਲੀਅਰ ਹੈ ਕਿ ਮੈਂ ਡਾਕਟਰ ਬਣਨਾ ਚਾਹਨਾ, ਹੈ ਨਾ। ਉਹ ਰਾਤ ਨੂੰ ਜਦੋਂ ਸੁਪਨਾ ਲੈਂਦਾ ਹੈ
ਤਾਂ ਵੀ ਉਹ ਦੇਖਦਾ ਹੈ ਕਿ ਮੈਨੂੰ ਡਿਗਰੀ ਦਿੱਤੀ ਜਾ ਰਹੀ ਹੈ ਤੇ ਮੈਨੂੰ ਉਹ ਡਿਗਰੀ ਸਟੇਜ ਦੇ ਉੱਤੇ ਦਿੱਤੀ ਜਾ ਰਹੀ ਹੈ, ਮੈਂ ਡਾਕਟਰ ਬਣ ਗਿਆ ਹਾਂ। ਐਂਡ ਉਹ ਉਹਨੂੰ ਪੂਰਾ ਵਿਜ਼ੂਅਲਾਈਜ਼ ਵੀ ਕਰਦਾ ਹੈ, ਬਿਕੋਜ਼ ਉਹ ਸਾਰਾ ਦਿਨ ਜਦੋਂ ਡਾਕਟਰਸ ਦੇ ਕਮਰੇ ਸਾਫ਼ ਕਰਦਾ ਹੈ ਤਾਂ ਉੱਥੇ ਡਿਪਲੋਮੇ ਟੰਗੇ ਹੋਏ ਨੇ, ਡਿਗਰੀਆਂ ਟੰਗੀਆਂ ਹੋਈਆਂ, ਉਹਨਾਂ ਨੂੰ ਸਾਫ਼ ਕਰਦਾ ਹੈ ਤਾਂ ਉਹਨੂੰ ਪਤਾ ਹੈ ਕਿ ਡਿਪਲੋਮਾ ਕਿੱਦਾਂ ਦਾ ਨਜ਼ਰ ਆਉਂਦਾ ਹੈ, ਡਿਗਰੀ ਕਿੱਦਾਂ ਦੀ ਨਜ਼ਰ ਆਉਂਦੀ ਹੈ। ਤਾਂ ਉਹਦੀ ਪੂਰੀ ਵਿਜ਼ੂਅਲਾਈਜ਼ੇਸ਼ਨ ਕਰਦਾ ਆਪਣੇ ਮਾਈਂਡ ਦੇ ਵਿੱਚ। ਤੇ ਜਦੋਂ ਉਹਦੇ ਮਾਈਂਡ ਦੀਆਂ ਅੰਦਰਲੀਆਂ ਪਰਤ ਜਿਹੜੀਆਂ ਲੇਅਰਸ ਨੇ ਉਹਦੇ ਵਿੱਚ ਉਹ ਚੀਜ਼ ਸਿੰਕ ਇਨ ਕਰ ਜਾਂਦੀ ਹੈ ਤਾਂ ਉਹਦਾ ਸਬਕੌਂਸ਼ੀਅਸ ਮਾਈਂਡ ਉਹਨੂੰ ਅਟਰੈਕਟ ਕਰਨ ਲੱਗ ਜਾਂਦਾ ਹੈ ਨਾ। ਉਹਦੇ ਇੱਕ ਡਾਕਟਰ ਦੇ ਜਿਹਦੇ ਉਹ ਸਫਾਈ ਕਰ ਰਿਹਾ ਹੁੰਦਾ, ਉਹ ਖੁਸ਼ ਹੋ ਕੇ ਉਹਨੂੰ ਕਹਿੰਦਾ ਹੈ ਕਿ ਤੂੰ ਕੀ ਮੇਰਾ ਅਸਿਸਟੈਂਟ ਬਣੇਗਾ, ਹੈ ਨਾ। ਫਿਰ ਉਹ ਡਾਕਟਰ ਉਹਨੂੰ ਟ੍ਰੇਨਿੰਗ ਵੀ ਦਵਾਉਂਦਾ ਹੈ ਨਾ ਇੱਕ ਅਸਿਸਟੈਂਟ ਬਣਨ ਦੇ ਲਈ। ਫਿਰ ਉਹਦੀ ਟ੍ਰੇਨਿੰਗ, ਉਹਦੀ ਅਸਿਸਟੈਂਟਸ਼ਿਪ ਤੋਂ ਇੰਨਾ ਖੁਸ਼ ਹੋ ਜਾਂਦਾ ਹੈ ਕਿ ਉਹਨੂੰ ਮੈਡੀਕਲ ਸਕੂਲ ਦੇ ਲਈ ਵੀ ਉਹਨੂੰ ਸਪੋਰਟ ਕਰਦਾ ਹੈ, ਉਹਨੂੰ ਡਾਕਟਰ ਬਣਨ ਦੇ ਵਿੱਚ ਹੈਲਪ ਕਰਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਉਹ ਬੰਦਾ ਕੈਨੇਡਾ ਦੇ ਵਿੱਚ ਬਹੁਤ ਸਕਸੈਸਫੁਲ ਡਾਕਟਰ ਵੀ ਹੈ ਨਾ। ਤਾਂ ਰੈਗਸ ਟੂ ਰਿਚਸ ਵੀ ਲੋਕ ਜਾਂਦੇ ਨੇ, ਪਰ ਕਿੱਦਾਂ ਸਿਰਫ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਨੂੰ ਯੂਜ਼ ਕਰਕੇ, ਸਾਇੰਟੀਫਿਕਲੀ ਉਹ ਕਿੱਦਾਂ ਯੂਜ਼ ਕਰਕੇ ਵੀ ਅੱਗੇ ਵੱਧ ਜਾਂਦੇ ਆ, ਹੈ ਨਾ। ਤੇ ਉਹਦਾ ਕੰਟਰਾਸਟ ਵੀ ਇਹਨਾਂ ਨੇ ਐਗਜ਼ਾਮਪਲ ਦਿੱਤਾ ਹੈ ਕਿ ਕਿਉਂ ਐਵੇਂ ਹੁੰਦਾ ਕਿ ਕੁਝ ਲੋਕਾਂ ਨੂੰ ਜਦੋਂ ਜੌਬ ਦੇ ਵਿੱਚ ਹੁੰਦੇ ਆ ਤਾਂ ਰੇਜ਼ ਨਹੀਂ ਮਿਲਦਾ, ਕਈ ਲੋਕਾਂ ਦੀ ਪੇ ਨਹੀਂ ਵੱਧਦੀ। ਉਹ ਇਹ ਸੋਚਦੇ ਨੇ ਕਿ ਹਾਂ ਆਈ ਡਿਜ਼ਰਵ ਟੂ ਗੈਟ ਪੇਡ ਮੋਰ, ਮੈਂ ਡਿਜ਼ਰਵ ਕਰਦਾ ਕਿ ਮੈਨੂੰ ਜ਼ਿਆਦਾ ਪੇ ਕੀਤਾ ਜਾਏ, ਬਟ ਮੈਨੂੰ ਪੇ ਨਹੀਂ ਕਰਦੇ, ਹੈ ਨਾ, ਕਿਉਂਕਿ ਮੇਰਾ ਬੌਸ ਮਾੜਾ ਹੈ ਜੀ, ਮੇਰੀ ਕੰਪਨੀ ਮਾੜੀ ਹੈ ਜੀ, ਮੇਰਾ ਇਹ ਹੈ, ਮੇਰਾ ਉਹ ਹੈ। ਨੈਗੇਟਿਵ ਅਸੀਂ ਇੰਨਾ ਦੇ ਦਿੰਦੇ ਹਾਂ ਉਹਦੇ ਰੀਜ਼ਨਸ ਦੇ ਕਰਕੇ ਕਿ ਅਸੀਂ ਨੈਗੇਟਿਵਿਟੀ ਜ਼ਿਆਦਾ ਦੇ ਰਹੇ ਹਾਂ। ਤੇ देयर इज always a law of action and reaction, है ना। action is what I am thinking, है ना जी। reaction is जो मेरा सबकॉन्शियस माइंड देखेगा। ਜਦੋਂ ਮੈਂ ਨੈਗੇਟਿਵ ਇਮੋਸ਼ਨਸ ਲੈ ਕੇ ਆ ਰਿਹਾ ਹਾਂ ਤਾਂ ਮੇਰਾ ਸਬਕੌਂਸ਼ੀਅਸ ਮਾਈਂਡ ਦਾ ਜਿਹੜਾ ਰਿਐਕਸ਼ਨ ਹੋਏਗਾ, ਜਦੋਂ ਐਕਸ਼ਨ ਨੈਗੇਟਿਵ ਹੈ ਤਾਂ ਰਿਐਕਸ਼ਨ ਵੀ ਉਹਦਾ ਨੈਗੇਟਿਵ ਹੋਏਗਾ। ਤੇ ਉਹਦਾ ਫਿਰ ਮਤਲਬ ਕੀ ਨਿਕਲ ਕੇ ਆਂਦਾ ਹੈ, ਕੁਝ ਦੇਰ ਬਾਅਦ ਇਦਾਂ ਦੇ ਲੋਕਾਂ ਨੂੰ ਫਿਰ ਉਹਨਾਂ ਦੇ ਜਿਹੜੇ ਇੰਪਲੋਇਰਸ ਹੁੰਦੇ ਆ, ਉਹਨਾਂ ਦਾ ਜਿਹੜਾ ਬੌਸ ਹੁੰਦਾ, ਉਹ ਕਹਿੰਦਾ ਵੀ ਹੈਵ ਟੂ ਲੈਟ ਯੂ ਗੋ। ਬਿਕੋਜ਼ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨੈਗੇਟਿਵਲੀ ਦੇਖ ਰਹੇ ਹੋ, ਤੁਸੀਂ ਕੰਮ ਵੀ ਨੈਗੇਟਿਵਲੀ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵੀ ਨੈਗੇਟਿਵਲੀ ਮਿਲਣਗੇ, ਹੈ ਨਾ। ਫਿਰ ਤੁਸੀਂ ਜ਼ਿਆਦਾ ਪਰਫਾਰਮ ਵੀ ਨਹੀਂ ਕਰ ਪਾਓਗੇ। ਫਿਰ ਇਨ ਦਾ ਲੌਂਗ ਰਨ ਫਿਰ ਉਹ ਹਤਾਸ਼ ਹੋ ਜਾਂਦਾ ਬੰਦਾ, ਨਿਰਾਸ਼ ਹੋ ਜਾਂਦਾ ਹੈ, ਐਂਡ ਉਹਨਾਂ ਨੂੰ ਕਈ ਵਾਰੀ ਆਪਣੀ ਜੌਬ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ। ਤਾਂ ਇਸ ਕਰਕੇ ਆਪਣੀ ਮਾਈਂਡ ਤੋਂ ਜਿਹੜੇ ਇਹ ਬਲੌਕਸ ਨੇ ਕਿ ਜਿਹੜਾ ਵੀ ਬੰਦਾ ਜ਼ਿਆਦਾ ਪੈਸਾ ਕਮਾਉਂਦਾ ਨਾ ਉਹ ਕੋਈ 2 ਨੰਬਰ ਦਾ ਹੀ ਕੰਮ ਕਰਦਾ ਹੋਏਗਾ, ਹੈ ਨਾ। ਇਹ ਗੱਲਾਂ ਜਿਹੜੀਆਂ ਨੇ ਨਾ ਆਪਣੇ ਮਾਈਂਡ ਦੇ ਵਿੱਚੋਂ ਕੱਢਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਪੈਸਾ ਚੰਗੇ ਤਰੀਕੇ ਵੀ ਕਮਾਇਆ ਜਾ ਸਕਦਾ ਹੈ, ਪੈਸਾ ਚੰਗੇ ਤਰੀਕੇ ਲਗਾਇਆ ਵੀ ਜਾ ਸਕਦਾ ਹੈ। ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਤਰੀਕੇ ਨੇ ਜਿੱਥੇ ਅਸੀਂ ਚੰਗੀ ਤਰ੍ਹਾਂ ਪੈਸਾ ਇਨਵੈਸਟ ਕਰ ਸਕਦੇ ਹਾਂ, ਹੈ ਨਾ। ਤੇ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਕਿ ਕਿਸੇ ਦੇ ਵੱਲ ਦੇਖ ਕੇ ਇਹ ਨਹੀਂ ਕਹਿਣਾ ਕਿ ਜੀ ਇਹਨਾਂ ਨੇ ਤਾਂ ਗਲਤ ਤਰੀਕੇ ਨਾਲ ਹੀ ਪੈਸਾ ਕਮਾਇਆ ਹੋਏਗਾ, ਇਹ ਐਵੇਂ ਕਿਵੇਂ ਅਮੀਰ ਹੋ ਗਏ, ਹੈ ਨਾ, ਜਾਂ ਇਹ ਤਾਂ ਬਹੁਤ ਹੀ ਜ਼ਿਆਦਾ ਪੈਸਾ ਇਕੱਠਾ ਕਰੀ ਜਾਂਦੇ ਆ ਜੀ, ਪੈਸਾ ਹੀ ਜੋੜੀ ਜਾਂਦੇ ਆ ਜੀ। ਆਥਰ ਕਹਿ ਰਹੇ ਹੈ ਕਿ ਯੂ ਹੈਵ ਟੂ ਇੰਜੋਏ, ਐਂਡ ਕਿਸੇ ਦੀ ਜਿਹੜੀ ਵੈਲਥ ਹੈ ਉਹਨੂੰ, ਕਿਸੇ ਦੀ ਸਕਸੈਸ ਹੈ ਉਹਨੂੰ ਵੀ ਇੰਜੋਏ ਕਰੋ, ਹੈ ਨਾ। ਉਹਦੇ ਲਈ ਵੀ ਤੁਸੀਂ ਰਿਜੋਇਸ ਕਰੋ। ਰਿਜੋਇਸ ਕਰੋ ਮਤਲਬ ਉਹਦੇ ਲਈ ਤੁਸੀਂ ਖੁਸ਼ ਹੋ, ਉਹਨੂੰ ਤੁਸੀਂ ਇੰਜੋਏ ਕਰੋ ਕਿ ਹਾਂ, ਜੇ ਤੁਸੀਂ ਕਿਸੇ ਚੀਜ਼ ਨੂੰ ਇੰਜੋਏ ਕਰੋਗੇ, ਕਿਸੇ ਚੀਜ਼ ਬਾਰੇ ਖੁਸ਼ ਹੋਗੇ, ਤੁਸੀਂ ਉਹਨੂੰ ਅਟਰੈਕਟ ਕਰੋਗੇ, ਹੈ ਨਾ। ਜੇ ਤੁਸੀਂ ਉਹਦੇ ਬਾਰੇ ਨੈਗੇਟਿਵ ਸੋਚੋਗੇ ਤਾਂ ਤੁਸੀਂ ਆਪਣੇ ਤੋਂ ਦੂਰ ਭੇਜੋਗੇ, ਹੈ ਨਾ। ਤਾਂ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ that ਅਸੀਂ ਦੂਸਰਿਆਂ ਦੀ ਸਕਸੈਸ ਨੂੰ ਇੰਜੋਏ ਕਰੀਏ, ਦੂਸਰਿਆਂ ਦੀ ਸਕਸੈਸ ਨੂੰ ਅਸੀਂ ਸੈਲੀਬ੍ਰੇਟ ਕਰੀਏ, ਹੈ ਨਾ, ਕਿ ਜਿਵੇਂ ਉਹ ਸਾਡੀ ਸਕਸੈਸ ਹੈ ਉਵੇਂ ਦੂਸਰਿਆਂ ਦੀ ਸਕਸੈਸ ਨੂੰ ਸੈਲੀਬ੍ਰੇਟ ਕਰੀਏ, ਰਾਦਰ ਦੈਨ ਕਿ ਕੋਈ ਨੈਗੇਟਿਵ ਇਮੋਸ਼ਨ ਰੱਖੀਏ। ਅੱਜ ਸਾਹਮਣੇ ਵਾਲਾ ਬੰਦਾ ਸਕਸੈਸਫੁਲ ਹੋਇਆ ਤੇ ਕੱਲ ਮੈਂ ਵੀ ਸਕਸੈਸਫੁਲ ਹੋਵਾਂਗਾ, ਇਹ ਗੱਲ ਆਪਣੇ ਮਨ 'ਚ ਰੱਖਣੀ ਹੈ। ਤੇ ਲਾਸਟ ਦੇ ਵਿੱਚ ਉਹ ਕਹਿੰਦੇ ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਸਿਰਫ ਸੋਚਣ ਨਾਲ ਵੀ ਨਹੀਂ ਹੋਏਗਾ, ਕੁਝ ਕਰਨਾ ਵੀ ਪਏਗਾ। देयर इज नो फ्री लंच। ਤੁਸੀਂ ਸਿਰਫ ਸੋਚੀ ਜਾਓਗੇ ਤੇ ਕੁਝ ਕਰੋਗੇ ਨਹੀਂ ਤਾਂ ਨਹੀਂ ਹੋਏਗਾ। ਜਿਹੜਾ ਬੱਚਾ ਮੈਡੀਕਲ ਸਕੂਲ ਦੇ ਵਿੱਚ ਗਿਆ ਉਹਨੇ ਪਰਫਾਰਮ ਵੀ ਕੀਤਾ, ਜਦੋਂ ਉਹਨੂੰ ਅਸਿਸਟੈਂਟ ਬਣਾਇਆ ਗਿਆ ਉਹਨੇ ਐਜ਼ ਐਨ ਅਸਿਸਟੈਂਟ ਹੀ ਪਰਫਾਰਮਡ ਵੈਰੀ ਵੈਲ। ਫਿਰ ਉਹ ਮੈਡੀਕਲ ਸਕੂਲ ਦੇ ਵਿੱਚ ਗਿਆ, ਮੈਡੀਕਲ ਸਕੂਲ ਦੇ ਵਿੱਚ ਵੀ ਉਹਨੇ ਅੱਛੀ ਤਰੀਕੇ ਪਰਫਾਰਮ ਕੀਤਾ ਤਾਂ ਉਹ ਡਾਕਟਰ ਬਣਿਆ, ਹੈ ਨਾ। ਤਾਂ ਇਟ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਲਾਅ ਆਫ ਸੋਇੰਗ ਐਂਡ ਰੀਪਿੰਗ। ਕੁਝ ਬੀਜਾਂਗੇ ਤਾਂ ਹੀ ਕੁਝ ਅਸੀਂ ਵੱਢਾਂਗੇ ਵੀ, ਹੈ ਨਾ। ਇਹ ਨਹੀਂ ਹੈ ਕਿ ਸਾਨੂੰ ਛੱਪੜ ਫੜ ਕੇ ਉੱਪਰੋਂ ਹੀ ਆ ਜਾਏਗਾ, ਆਏਗਾ ਛੱਪੜ ਫੜ ਕੇ, but we have to do something for it and we have to do something constructively। ਸਾਨੂੰ ਹਮੇਸ਼ਾ ਆਪਣੇ ਮਾਈਂਡ ਨੂੰ ਪੋਜ਼ਿਟਿਵਲੀ ਰੱਖਣਾ ਹੈ, ਪੈਸੇ ਨੂੰ ਪੋਜ਼ਿਟਿਵਲੀ ਦੇਖਣਾ ਹੈ, and always look at ਕਿ ਮੈਂ abundance deserve ਕਰਦਾ ਹਾਂ ਤੇ ਮੇਰੇ ਕੋਲ abundance of wealth ਆਏਗੀ। Thank you, that's all from my side।